ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਜੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ 'ਤੇ ਜੀ। ਸੋ ਦੋਸਤੋ, ਜਿਵੇਂ ਤੁਹਾਨੂੰ ਪਤਾ ਆਪਣੀ ਅਲਟਰਨੇਟਿਵ ਡੇ ਦੇ ਵਿੱਚ ਕੀ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਜੀ। ਸੋ ਅੱਜ ਦੀ ਗੱਲ ਕਰਦੇ ਹਾਂ। ਖੈਰ ਅੱਜ ਤਰੀਕ ਹੈ ਜੀ ਆਪਣੀ 9 ਫਰਵਰੀ। ਸੋ ਅੱਜ ਦੀ ਕਲਾਸ ਵਿੱਚ ਆਪਾਂ 3 ਦਿਨਾਂ ਦੀਆਂ ਕਰੰਟ ਅਫੇਅਰ ਨਿਊਜ਼ ਕਵਰ ਕਰਾਂਗੇ ਜੀ, 7, 8 ਅਤੇ 9, ਕਿਉਂਕਿ ਕੱਲ੍ਹ ਥੋੜ੍ਹਾ ਜਿਹਾ ਸ਼ਡਿਊਲ ਬਿਜ਼ੀ ਸੀਗਾ, ਕਲਾਸ ਨਹੀਂ ਹੋ ਸਕੀ ਸੀਗੀ। ਸੋ ਦੈਟ ਜੀ ਅੱਜ ਆਪਾਂ 3 ਦਿਨਾਂ ਦੀਆਂ ਜਿਹੜੀਆਂ ਕਰੰਟ ਅਫੇਅਰ ਨਿਊਜ਼ ਆਪਣੀਆਂ ਰਹਿ ਗਈਆਂ ਸੀ, ਸਾਰੀਆਂ ਆਪਾਂ ਇਸ ਕਲਾਸ ਵਿੱਚ ਕਵਰ ਕਰਾਂਗੇ। ਮੋਸਟ ਇੰਪੋਰਟੈਂਟ ਕਲਾਸ ਤੁਹਾਡੇ ਲਈ ਰਹਿਣ ਵਾਲੀ ਆ। ਸਾਰੀ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਜੀ। ਜੀਕੇ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਇੱਕ ਬੜੀ ਇੰਪੋਰਟੈਂਟ ਕਲਾਸ ਹੁੰਦੀ ਹੈ। ਦੇਖੋ ਇਹਦੇ ਵਿੱਚ ਜਿਹੜਾ ਸਟੈਟਿਕ ਜੀਕੇ ਉਹ ਵੀ ਆਪਾਂ ਕੰਪਲੀਟ ਕਰਦੇ ਹਾਂ, ਕਰੰਟ ਅਫੇਅਰ ਉਹ ਵੀ ਆਪਾਂ ਕੰਪਲੀਟ ਕਰਦੇ ਹਾਂ, ਠੀਕ ਹੈ। ਔਰ ਇਸ ਤੋਂ ਇਲਾਵਾ ਬਹੁਤ ਸਾਰੀ ਜਿਹੜੀ ਤੁਹਾਨੂੰ ਨੌਲੇਜ ਇਸ ਕਲਾਸ ਤੋਂ ਮਿਲਦੀ ਆ, ਜਿਹੜੀ ਕਿ ਤੁਹਾਡੇ ਆਉਣ ਵਾਲੇ ਹਰ ਇੱਕ ਐਗਜ਼ਾਮ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀ ਆ। ਸੋ ਦੈਟ ਖੈਰ ਸ਼ੁਰੂ ਕਰਦੇ ਆਪਾਂ ਅੱਜ ਦੀ ਕਲਾਸ ਜੀ। ਔਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਜੀ, ਇੱਕ ਵਾਰੀ ਕਲਾਸ ਨੂੰ ਲਾਈਕ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਆ ਕਰੋ। ਆਪ ਹੀ ਲਾਈਕ ਕਰਦਿਆ ਕਰੋ, ਕਿਉਂਕਿ ਮੈਂ ਕਹਿਣਾ ਤਾਂ ਬਹੁਤ ਘੱਟ ਆ, ਤੁਹਾਨੂੰ ਪਤਾ ਹੀ ਹੈ ਲਾਈਕ ਸ਼ੇਅਰ ਤਾਂ ਤੁਸੀਂ ਬਸ ਆਪਣੀ ਜ਼ਿੰਮੇਵਾਰੀ ਸਮਝ ਕੇ ਜ਼ਰੂਰ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ। ਔਰ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਦੱਸ ਦਿਆ ਕਰੋ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ। ਸੋ ਸ਼ੁਰੂ ਕਰਦੇ ਹਾਂ ਸਭ ਤੋਂ ਆਪਣੀ ਫਸਟ ਕੁਐਸਚਨ ਦੇ ਨਾਲ ਕਲਾਸ ਜੀ। ਸਭ ਤੋਂ ਫਸਟ ਕੁਐਸਚਨ ਆਪਣਾ ਕਹਿੰਦੇ ਜੀ, ਭਾਰਤ ਦਾ ਪਹਿਲਾ ਤੂਫਾਨ ਟੈਸਟ ਸੈਂਟਰ ਕਿਸ ਰਾਜ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਦੇਖੋ ਜੀ, ਕਹਿੰਦੇ ਇੰਡੀਆ ਫਸਟ ਸਟੋਰਮ ਟੈਸਟ ਸੈਂਟਰ ਵਿਲ ਬੀ ਸਟੈਬਲਿਸ਼ ਇਨ ਵਿਚ ਸਟੇਟ। ਦੇਖੋ ਜੀ, ਇੰਪੋਰਟੈਂਟ ਪ੍ਰਸ਼ਨ ਹੈਗਾ ਜਿਹੜਾ ਇਸ ਤਰੀਕੇ ਦਾ ਇਹ ਸੈਂਟਰ ਹੈ ਤੂਫਾਨ ਟੈਸਟ ਸੈਂਟਰ, ਇਹ ਕਾਹਦੇ ਵਾਸਤੇ ਆ। ਜਿਹੜੀ ਵੀ ਦੇਖੋ ਆਪਣੀ ਅਸਮਾਨੀ ਬਿਜਲੀ ਡਿੱਗਣ ਕਾਰਨ ਜਿਹੜਾ ਆਪਣਾ ਜਾਨੀ ਮਾਲੀ ਨੁਕਸਾਨ ਹੁੰਦਾ, ਤਾਂ ਉਸ ਚੀਜ਼ ਨੂੰ ਰੋਕਣ ਵਾਸਤੇ ਅਜਿਹਾ ਤੂਫਾਨ ਟੈਸਟ ਸੈਂਟਰ ਆਪਣੇ ਭਾਰਤ ਵਿੱਚ ਪਹਿਲੀ ਵਾਰ ਹੋ ਰਿਹਾ ਹੈਗਾ, ਜਿਹੜਾ ਖੋਲ੍ਹਿਆ ਜਾ ਰਿਹਾ ਹੈਗਾ। ਸੋ ਇਹਦੇ ਬਾਰੇ ਇੰਪੋਰਟੈਂਟ ਹੈ ਜੀ, ਇਹ ਯਾਦ ਰੱਖਣਾ ਜੀ। ਉੜੀਸਾ ਸਟੇਟ ਵਿੱਚ ਇਸ ਨੂੰ ਖੋਲ੍ਹਿਆ ਜਾ ਰਿਹਾ ਹੈਗਾ। ਦੇਖੋ ਜੀ, ਉੜੀਸਾ ਦਾ ਇੱਕ ਸ਼ਹਿਰ ਹੈਗਾ ਬਲਾਸੌਰ। ਬਲਾਸੌਰ ਸ਼ਹਿਰ ਦੇ ਵਿੱਚ ਇਸ ਤੂਫਾਨ ਟੈਸਟ ਸੈਂਟਰ ਨੂੰ ਖੋਲ੍ਹਿਆ ਜਾ ਰਿਹਾ। ਅੱਛਾ, ਖੋਲ੍ਹਿਆ ਤਾਂ ਜਾ ਰਿਹਾ, ਖੋਲ੍ਹੇਗਾ ਕੌਣ? ਇਹਦੇ ਵਿੱਚ ਯਾਦ ਰੱਖਣਾ ਜੀ, ਇੰਪੋਰਟੈਂਟ ਹੈਗਾ ਕੌਣ ਖੋਲ੍ਹ ਰਿਹਾ ਹੈਗਾ। 4 ਇੰਪੋਰਟੈਂਟ ਸੰਸਥਾਵਾਂ ਨੇ ਜਿਹੜੇ ਇਸ ਸੈਂਟਰ ਨੂੰ ਖੋਲ੍ਹ ਰਹੀਆਂ ਨੇ। ਕਿਹੜੀਆਂ ਨੇ? ਸਭ ਤੋਂ ਪਹਿਲਾਂ ਤਾਂ ਜੀ ਮਿਨਿਸਟਰੀ ਆਫ ਅਰਥ ਸਾਇੰਸ ਹੈ, ਔਰ ਆਪਣਾ ਭਾਰਤੀ ਮੌਸਮ ਵਿਭਾਗ ਹੈਗਾ, ਔਰ ਇਸ ਤੋਂ ਇਲਾਵਾ DRDO ਅਤੇ ਪਲੱਸ ਇਸਰੋ ਨੇ ਵੀ ਇਸ ਵਿੱਚ ਸਹਿਯੋਗ ਦਿੱਤਾ ਆਪਣਾ। ਅਤੇ 4 ਮੁੱਖ ਸੰਸਥਾਵਾਂ ਦੇ ਦੁਆਰਾ ਤੂਫਾਨ ਟੈਸਟ ਸੈਂਟਰ ਨੂੰ ਉੜੀਸਾ ਦੇ ਬਲਾਸੌਰ ਸ਼ਹਿਰ ਦੇ ਵਿੱਚ ਖੋਲ੍ਹਿਆ ਜਾ ਰਿਹਾ ਹੈਗਾ, ਠੀਕ ਹੈ ਨਾ। ਤਾਂ ਇਸ ਤਰੀਕੇ ਦਾ ਇੱਕ ਆਪਣਾ ਦੇਸ਼ ਵਿੱਚ ਕੀ ਹੈ, ਪਹਿਲੀ ਵਾਰ ਅਜਿਹਾ ਹੋਇਆਗਾ ਵੀ ਜਿਹੜੀ ਅਸਮਾਨੀ ਬਿਜਲੀ ਡਿੱਗਣ ਦਾ ਪਹਿਲਾਂ ਹੀ ਪਤਾ ਲਗਾਉਣ ਵਾਸਤੇ ਵੀ ਕਿੱਥੇ ਡਿੱਗਣ ਵਾਲੀ ਹੈ, ਤਾਂ ਕਿ ਉੱਥੋਂ ਆਪਣਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਤਾਂ ਇਸ ਤਰੀਕੇ ਦਾ ਟੈਸਟ ਸੈਂਟਰ ਬਸ ਸਿੱਧਾ ਯਾਦ ਰੱਖਣਾ ਜੀ, ਇੱਕ ਉੜੀਸਾ ਦੇ ਬਲਾਸੌਰ ਸ਼ਹਿਰ ਵਿੱਚ ਖੋਲ੍ਹਿਆ ਜਾ ਰਿਹਾ ਹੈਗਾ। ਬਾਕੀ ਇਸ ਉੜੀਸਾ ਬਾਰੇ ਵੀ ਗੱਲ ਕਰ ਲੈਂਦੇ। ਦੇਖੋ, ਉੜੀਸਾ ਦੇ CM ਯਾਦ ਰੱਖਣਾ ਨਵੀਨ ਪਟਨਾਇਕ ਸਾਹਿਬ ਨੇਗੇ। ਬਾਕੀ ਇੱਥੋਂ ਦੇ ਗਵਰਨਰ ਹੈਗੇ ਨੇ ਜੀ ਗਣੇਸ਼ੀ ਲਾਲ। ਔਰ ਇੱਥੋਂ ਉੜੀਸਾ ਬਾਰੇ ਇੱਕ ਗੱਲ ਯਾਦ ਰੱਖਣੀ, ਇੱਥੋਂ ਦੇ ਚੀਫ ਜਸਟਿਸ ਨਵੇਂ ਬਣੇ ਨੇ, ਆਪਣੇ ਹਾਲ ਹੀ ਵਿੱਚ ਪੜ੍ਹਿਆ ਸੀ ਜੀ, S ਮੁਰਲੀਧਰ ਸਾਹਿਬ ਇਹਨਾਂ ਦਾ ਨਾਮ ਹੈ। ਇਹਨਾਂ ਦਾ ਨਾਮ ਇੰਪੋਰਟੈਂਟ ਰਹਿਣ ਵਾਲਾ, ਠੀਕ ਹੈ ਨਾ। ਬਾਕੀ ਉੜੀਸਾ ਦੀ ਕੈਪੀਟਲ ਯਾਦ ਰੱਖ ਸਕਦੇ, ਭੁਵਨੇਸ਼ਵਰ ਸ਼ਹਿਰ ਹੈਗਾ, ਠੀਕ ਹੈ ਨਾ। ਦੇਖੋ ਜੀ, ਬਾਕੀ ਇਸ ਤੋਂ ਇਲਾਵਾ ਉੜੀਸਾ ਕਈ ਗੱਲਾਂ ਕਰਕੇ ਨਿਊਜ਼ ਵਿੱਚ ਚੱਲ ਰਿਹਾ ਸੀ, ਇੱਕ ਵਾਰੀ ਆਪਾਂ ਰਿਵਾਈਜ਼ ਕਰ ਲੈਂਦੇ ਹੈਗੇ। ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਯਾਦ ਰੱਖਣੀ, 2023 ਦੇ ਇੰਟਰਨੈਸ਼ਨਲ ਮੈਨਸ ਜਿਹੜਾ ਆਪਣਾ ਇੱਕ ਹਾਕੀ ਦਾ ਵਰਲਡ ਕੱਪ ਹੋਣਾ ਗਾ, ਉਹ ਇੱਥੇ ਉੜੀਸਾ ਸਟੇਟ ਵਿੱਚ ਹੋਵੇਗਾ, ਠੀਕ ਹੈ ਨਾ। ਇਸ ਨੂੰ ਯਾਦ ਰੱਖਣਾ। ਬਾਕੀ ਇਸ ਤੋਂ ਇਲਾਵਾ ਦੇਖੋ ਇੱਕ ਰੈਂਕਿੰਗ ਜਾਰੀ ਹੋਈ ਸੀ ਅੰਮ੍ਰਿਤ ਯੋਜਨਾ ਦੀ ਰੈਂਕਿੰਗ, ਉਸ ਰੈਂਕਿੰਗ ਦੇ ਵਿੱਚ ਟੌਪ 'ਤੇ ਰਿਹਾ ਸੀ ਆਪਣੇ ਭਾਰਤ ਵਿੱਚੋਂ ਉੜੀਸਾ ਸਟੇਟ। ਬਾਕੀ ਦੇਖੋ, ਹਰਿਆਲੀ ਵਧਾਉਣ ਵਾਸਤੇ ਇੱਕ ਇਹਨਾਂ ਨੇ ਇਨੀਸ਼ੀਏਟਿਵ ਸ਼ੁਰੂ ਕੀਤਾ ਸੀ ਉੜੀਸਾ ਸਰਕਾਰ ਵੱਲੋਂ, ਔਰ ਜਿਹਦਾ ਨਾਂ ਸੀਗਾ ਆਪਣਾ ਸੁਬਜਾ ਉੜੀਸਾ ਇਨੀਸ਼ੀਏਟਿਵ। ਸੁਬਜਾ ਉੜੀਸਾ ਇਨੀਸ਼ੀਏਟਿਵ ਬਾਰੇ ਧਿਆਨ ਵਿੱਚ ਰੱਖਣਾ। ਔਰ ਇਸੇ ਤਰੀਕੇ ਨਾਲ ਇੱਕ ਯੋਜਨਾ ਬਲਰਾਮ ਨਾਂ ਦੀ ਯੋਜਨਾ ਸੀ, ਉੜੀਸਾ ਸਟੇਟ ਦੀ ਸੀਗੀ। ਬਾਕੀ ਦੇਖੋ ਇੱਕ ਗੱਲ ਯਾਦ ਰੱਖਣੀ, ਉੜੀਸਾ ਸਟੇਟ ਨੇ ਆਪਣਾ ਨਵਾਂ ਸਟੇਟ ਸੌਂਗ ਚੁਣਿਆ ਸੀ, ਔਰ ਉਹਦਾ ਨਾਂ ਸੀ ਬੰਦੇ ਉਤਕਲ ਜਨਨੀ। ਬੰਦੇ ਉਤਕਲ ਜਨਨੀ ਨਾਂ ਦਾ ਜਿਹੜਾ ਸਟੇਟ ਸੌਂਗ ਆ, ਲਿਖਿਆ ਕਿਹਨੇ ਇਹ? ਕੇ ਮਹਾਪਾਤਰਾ ਨਾਂ ਦੇ ਵਿਅਕਤੀ ਦੇ ਦੁਆਰਾ ਲਿਖਿਆ ਹੋਇਆ ਇਸ ਨੂੰ, ਠੀਕ ਹੈ ਨਾ। ਤਾਂ ਇਸ ਨੂੰ ਯਾਦ ਰੱਖਣਾ। ਬਾਕੀ ਇਸ ਤੋਂ ਇਲਾਵਾ ਹੋਰ ਵੀ ਯਾਦ ਰੱਖ ਸਕਦੇ। ਦੇਖੋ, ਆਪਣੇ ਦੁਨੀਆ ਦਾ ਸਭ ਤੋਂ ਵੱਡਾ ਵਾਈਟ ਕ੍ਰੋਕੋਡਾਈਲ ਪਾਰਕ, ਇਸ ਨੂੰ ਵੀ ਖੋਲ੍ਹਿਆ ਉੜੀਸਾ ਸਟੇਟ ਨੇ। ਬਾਕੀ ਇਸ ਤੋਂ ਇਲਾਵਾ ਉੜੀਸਾ ਨੇ ਹਾਲ ਹੀ ਵਿੱਚ ਇੱਕ ਆਦੀਵਾਸੀ ਮੇਲਾ ਵੀ ਮਨਾਇਆ ਸੀਗਾ, ਠੀਕ ਹੈ, ਉਸ ਬਾਰੇ ਯਾਦ ਰੱਖਣਾ। ਔਰ ਇਸੇ ਤਰੀਕੇ ਨਾਲ ਇੱਕ ਤੋਸ਼ਾਲੀ ਨੈਸ਼ਨਲ ਕ੍ਰਾਫਟ ਫੇਅਰ, ਇਹ ਵੀ ਉੜੀਸਾ ਦੇ ਨਾਲ ਸੰਬੰਧਿਤ ਹੈ, ਔਰ ਹਾਲ ਹੀ ਦੇ ਵਿੱਚ ਉੜੀਸਾ ਸਟੇਟ ਵਿੱਚ ਹੋ ਕੇ ਹਟਿਆ ਗਾ, ਠੀਕ ਹੈ ਨਾ। ਤਾਂ ਇੰਨੀਆਂ ਸਾਰੀਆਂ ਨਿਊਜ਼ ਉੜੀਸਾ ਨਾਲ ਰਿਲੇਟਡ ਤੁਹਾਨੂੰ ਯਾਦ ਰੱਖਣੀਆਂ ਜੀ, ਸਾਰੀਆਂ ਆਪਣੇ ਲਈ ਇੰਪੋਰਟੈਂਟ ਰਹਿਣ ਵਾਲੀਆਂ ਨੇ, ਠੀਕ ਹੈ ਨਾ। ਕੋਈ ਬਾਹਲੀਆਂ ਪੁਰਾਣੀਆਂ ਨਿਊਜ਼ ਨਹੀਂ ਗੀਆਂ, ਹਾਲ ਹੀ ਦੇ ਵਿੱਚ ਹੋਈਆਂ ਜਿਹੜੀਆਂ ਕਰੰਟ ਅਫੇਅਰ ਨਿਊਜ਼ ਇਹ ਹੈਗੀਆਂ ਉੜੀਸਾ ਨਾਲ ਸੰਬੰਧਿਤ, ਇਹ ਸਾਰੀਆਂ ਤੁਸੀਂ ਇੱਕ ਵਾਰੀ ਆਪਣੀਆਂ ਧਿਆਨ ਵਿੱਚ ਕਰ ਲੈਣੀਆਂ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਵਿਚ ਡਿਜੀਟਲ ਪੇਮੈਂਟ ਕੰਪਨੀ ਹੈਜ਼ ਅਨਾਊਂਸਡ ਦੀ ਕਲੋਜ਼ਰ ਆਫ ਡੋਮੈਸਟਿਕ ਪੇਮੈਂਟ ਸਰਵਿਸ ਇਨ ਇੰਡੀਆ। ਦੇਖੋ ਜੀ, ਕਹਿੰਦੀ ਕਿਹੜੀ ਡਿਜੀਟਲ ਭੁਗਤਾਨ ਕੰਪਨੀ ਨੇ ਭਾਰਤ ਵਿੱਚ ਘਰੇਲੂ ਭੁਗਤਾਨ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਾ। ਦੇਖੋ ਜੀ, ਇੰਪੋਰਟੈਂਟ ਕੁਐਸਚਨ ਰਹੇਗਾ, ਇਹ ਕੰਪਨੀ ਕਿਹੜੀ ਆ। ਆਪਸ਼ਨਾਂ ਦੇਖੋ ਆਪਣੇ ਕੋਲ ਐਮਾਜ਼ੋਨ ਪੇ, ਗੂਗਲ ਪੇ, ਪੇਟੀਐਮ ਜਾਂ ਫਿਰ ਪੇਪਾਲ। ਦੇਖੋ ਜੀ, ਇਸ ਜਿਹੜੀ ਇਹਦੀ ਘੋਸ਼ਣਾ ਕੀਤੀ ਹੈਗੀ
USA ਦੀ ਕੰਪਨੀ ਆ ਪੇਪਾਲ, ਠੀਕ ਹੈ ਨਾ। ਪੇਪਾਲ ਦੇ ਦੁਆਰਾ ਕਿਹਾ ਗਿਆ ਵੀ ਹੁਣ ਅਸੀਂ ਭਾਰਤ ਦੇ ਵਿੱਚ ਜਿੰਨੀਆਂ ਵੀ ਇਹਨਾਂ ਦੀਆਂ ਘਰੇਲੂ ਭੁਗਤਾਨ ਸੇਵਾਵਾਂ ਨੇਗੀਆਂ ਉਹਨਾਂ ਨੂੰ ਅਸੀਂ ਬਿਲਕੁਲ ਹੁਣ ਬੰਦ ਕਰਾਂਗੇ, ਠੀਕ ਹੈ ਨਾ। ਕਦੋਂ ਤੋਂ ਬੰਦ ਕਰਨ ਜਾ ਰਹੇ ਨੇ? 1 ਅਪ੍ਰੈਲ 2021 ਤੋਂ ਕੀ ਆ ਇਹ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਪੇਪਾਲ ਦੇ ਦੁਆਰਾ, ਠੀਕ ਹੈ ਨਾ। ਤਾਂ ਪੇਪਾਲ ਨਾਲ ਬਸ ਸਿੱਧਾ ਤੁਹਾਨੂੰ ਇਹੀ ਫੈਕਟ ਯਾਦ ਰੱਖਣਾ ਗਾ, ਠੀਕ ਹੈ, ਕਿ ਜਿਹੜੀਆਂ ਘਰੇਲੂ ਭੁਗਤਾਨ ਸੇਵਾਵਾਂ ਨੇ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਡੋਮੈਸਟਿਕ ਪੇਮੈਂਟ ਸਰਵਿਸ ਨੇ ਉਹਨਾਂ ਨੂੰ ਕੀ ਹੁਣ ਬੰਦ ਕਰਨ ਜਾ ਰਹੀ ਹੈ ਭਾਰਤ ਵਿੱਚੋਂ ਪੇਪਾਲ। ਬਾਕੀ ਦੇਖੋ ਪੇਪਾਲ ਬਾਰੇ ਗੱਲ ਕਰੀਏ, ਅਮਰੀਕਾ ਦੀ ਕੰਪਨੀ ਆ ਔਰ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਇਹਦਾ ਹੈੱਡਕੁਆਟਰ ਮੌਜੂਦ ਹੈ ਜੀ। ਔਰ ਇਹਦੀ ਸਥਾਪਨਾ ਹੋਈ ਸੀਗੀ ਸੰਨ 1998 ਦੇ ਵਿੱਚ, ਠੀਕ ਹੈ ਨਾ। ਬਾਕੀ ਇਹਦੇ ਹੈੱਡ ਕੌਣ ਨੇ ਐਟ ਪ੍ਰੈਜ਼ੈਂਟ? ਯਾਦ ਰੱਖਣਾ ਡੈਨ ਸੁਲਮੈਨ ਉਹਨਾਂ ਦਾ ਨਾਮ ਹੈਗਾ, ਠੀਕ ਹੈ ਨਾ। ਡੈਨ ਸੁਲਮੈਨ ਦਾ ਨਾਮ ਸੁਣਨੇ ਧਿਆਨ ਵਿੱਚ ਰੱਖਣਾ, ਪੇਪਾਲ ਦੇ ਹੈੱਡ ਨੇਗੇ ਯਾਨੀ ਕਿ CEO ਬਣੇ ਹੋਏ ਨੇਗੇ, ਠੀਕ ਹੈ ਜੀ। ਸੋ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ ਜੀ। ਵਿਚ ਸਟੇਟ ਗਵਰਨਮੈਂਟ ਹੈਜ਼ ਲੌਂਚਡ ਆ ਬੈਗਰ ਫਰੀ ਕੈਂਪੇਨ। ਦੇਖੋ ਜੀ ਕਹਿੰਦੇ ਕਿਸ ਰਾਜ ਸਰਕਾਰ ਨੇ ਭਿਖਾਰੀ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈਗੀ। ਦੇਖੋ ਜੀ ਇਹਦੀ ਸ਼ੁਰੂਆਤ ਜਿਹੜੀ ਕੀਤੀ ਹੈਗੀ ਪਹਿਲੀ ਵਾਰ ਆਪਣੇ ਭਾਰਤ ਵਿੱਚ ਇਸ ਤਰੀਕੇ ਦੀ ਮੁਹਿੰਮ ਦੀ ਉਹ ਕੀਤੀ ਹੈ ਜੀ ਹੁਣ ਰਾਜਸਥਾਨ ਸਟੇਟ ਵੱਲੋਂ। ਦੇਖੋ ਜੀ ਪੰਜਾਬ ਦਾ ਗਵਾਂਢੀ ਸੂਬਾ ਰਾਜਸਥਾਨ ਔਰ ਰਾਜਸਥਾਨ ਸਰਕਾਰ ਨੇ ਕਿਹਾ ਗਾ ਵੀ ਹੁਣ ਜਿੰਨੇ ਵੀ ਰਾਜਸਥਾਨ ਦੇ ਵਿੱਚ ਦੇਖੋ ਜਿਹੜੇ ਭਿਖਾਰੀ ਨੇ ਬੈਗਰਸ ਹੈਗੇ ਨੇਗੇ ਉਹਨਾਂ ਵਾਸਤੇ ਹੁਣ ਅਸੀਂ ਰੁਜ਼ਗਾਰ ਦੇ ਮੌਕੇ ਜਿਹੜੇ ਪ੍ਰਦਾਨ ਕਰਾਂਗੇ ਤਾਂ ਕਿ ਉਹ ਥੋੜ੍ਹਾ ਮੋਟਾ ਕੋਈ ਵੀ ਕੰਮ ਧੰਦਾ ਆਪਣਾ ਕਰ ਸਕਣ ਆਪਣੇ ਅਕੋਰਡਿੰਗ ਔਰ ਆਪਣੇ ਜੋਗੀ ਕਿਆ ਰੋਟੀ ਪਾਣੀ ਉਹ ਕਮਾ ਸਕਣ, ਠੀਕ ਹੈ ਨਾ। ਤਾਂ ਇਸ ਤਰੀਕੇ ਦਾ ਇੱਕ ਭਿਖਾਰੀ ਮੁਕਤ ਮੁਹਿੰਮ ਬੈਗਰ ਫਰੀ ਕੈਂਪੇਨ ਜਿਹੜਾ ਸ਼ੁਰੂ ਕੀਤਾ ਜੀ ਰਾਜਸਥਾਨ ਸਰਕਾਰ ਦੇ ਦੁਆਰਾ, ਠੀਕ ਹੈ ਨਾ। ਸੋ ਸਿੱਧਾ ਤੁਹਾਨੂੰ ਰਾਜਸਥਾਨ ਸਟੇਟ ਦਾ ਨਾਮ ਧਿਆਨ ਵਿੱਚ ਰੱਖਣਾ। ਬਾਕੀ ਰਾਜਸਥਾਨ ਬਾਰੇ ਗੱਲ ਕਰੀਏ, ਦੇਖੋ CM ਬਾਰੇ ਯਾਦ ਰੱਖਣਾ ਅਸ਼ੋਕ ਗਹਿਲੋਤ ਸਾਹਿਬ ਨੇਗੇ ਔਰ ਗਵਰਨਰ ਇੱਥੇ ਕਲਰਾਜ ਮਿਸ਼ਰਾ ਸਾਹਿਬ। ਬਾਕੀ ਇੱਥੋਂ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਜੈਪੁਰ ਹੈ। ਦੇਖੋ ਜੀ ਜੈਪੁਰ ਨੂੰ ਹੀ ਪਿੰਕ ਸਿਟੀ ਆਫ ਇੰਡੀਆ ਕਹਿੰਦੇ ਆ। ਜੈਪੁਰ ਨਾਲ ਰਿਲੇਟਡ ਜਾ ਸਕਦੇ ਹੋ ਯੂਨੈਸਕੋ ਦੇ ਦੁਆਰਾ ਵਰਲਡ ਹੈਰੀਟੇਜ ਸਾਈਟਾਂ ਦੀ ਸੂਚੀ ਵਿੱਚ ਕੀ ਆ ਜਿਹੜਾ ਜੈਪੁਰ ਸ਼ਹਿਰ ਹੈ ਇਸ ਨੂੰ ਸ਼ਾਮਿਲ ਕੀਤਾ ਗਿਆ ਸੀਗਾ। ਬਾਕੀ ਜੈਪੁਰ ਨਾਲ ਦੇਖੋ ਇੱਕ ਫੈਕਟ ਹੋਰ ਵੀ ਯਾਦ ਰੱਖਣਾ, ਜੈਪੁਰ ਦੀ ਜਿਹੜੀ ਪੁਲਿਸ ਅਕੈਡਮੀ ਹੈ ਨਾ ਉਸ ਨੂੰ ਹੁਣ ਭਾਰਤ ਦੇ ਵਿੱਚੋਂ ਬੈਸਟ ਇੰਸਟੀਚਿਊਟ ਫॉर ਟ੍ਰੇਨਿੰਗ ਦਾ ਸਟੇਟਸ ਜਿਹੜਾ ਮਿਲਿਆ ਗਾ, ਠੀਕ ਹੈ ਨਾ, ਹਾਲ ਹੀ ਦੇ ਵਿੱਚ। ਤਾਂ ਇਹਦੇ ਬਾਰੇ ਤੁਸੀਂ ਇਹ ਯਾਦ ਰੱਖ ਸਕਦੇ ਹੋ। ਬਾਕੀ ਦੇਖੋ ਰਾਜਸਥਾਨ ਬਾਰੇ ਗੱਲ ਕਰੀਏ ਤਾਂ ਇੱਕ ਯੋਜਨਾ ਯਾਦ ਰੱਖਣੀ M-SEND ਪਾਲਿਸੀ 2020 ਨੂੰ ਕੀ ਲਾਂਚ ਕੀਤਾ ਸੀ ਹਾਲ ਹੀ ਦੇ ਵਿੱਚ ਰਾਜਸਥਾਨ ਸਰਕਾਰ ਵੱਲੋਂ। ਔਰ ਇਸੇ ਤਰੀਕੇ ਨਾਲ ਜੀ ਇੱਕ ਇੰਦਰਾ ਗਾਂਧੀ ਮਾਤ੍ਰਿਤਵ ਪੋਸ਼ਣ ਯੋਜਨਾ, ਠੀਕ ਹੈ ਨਾ, ਰਾਜਸਥਾਨ ਦੀ ਯੋਜਨਾ ਗੀ। ਔਰ ਇੰਦਰਾ ਗਾਂਧੀ ਤੋਂ ਯਾਦ ਰੱਖਣਾ ਇੰਦਰਾ ਰਸੋਈ ਯੋਜਨਾ, ਇੱਕ ਇੰਦਰਾ ਰਸੋਈ ਯੋਜਨਾ ਵੀ ਰਾਜਸਥਾਨ ਦੀ ਹੈਗੀ, ਠੀਕ ਹੈ ਨਾ। ਤੇ ਇਹਦੇ ਬਾਰੇ ਯਾਦ ਰੱਖਣਾ। ਬਾਕੀ ਹੋਰ ਕੀ ਯਾਦ ਰੱਖ ਸਕਦੇ ਹੋ? ਦੇਖੋ ਇੱਕ ਗੱਲ ਯਾਦ ਰੱਖਣੀ ਆਪਣੇ ਦੇਸ਼ ਦਾ ਪਹਿਲਾ ਔਰਗਨ ਡੋਨਰ ਮੈਮੋਰੀਅਲ ਦਾ ਉਦਘਾਟਨ ਕੀਤਾ ਗਿਆ ਸੀ ਹਾਲ ਹੀ ਦੇ ਵਿੱਚ। ਕਿੱਥੇ ਕੀਤਾ ਗਿਆ ਸੀ? ਉਹ ਵੀ ਜੈਪੁਰ ਸ਼ਹਿਰ ਦੇ ਵਿੱਚ ਹੀ ਕੀਤਾ ਗਿਆ ਸੀਗਾ, ਠੀਕ ਹੈ ਨਾ। ਤੇ ਤੁਹਾਨੂੰ ਇਹ ਯਾਦ ਰੱਖਣਾ। ਤਾਂ ਇੰਨੇ ਸਾਰੇ ਫੈਕਟ ਆਪਾਂ ਨੂੰ ਰਾਜਸਥਾਨ ਨਾਲ ਪਤਾ ਹੋਣੇ ਲਾਜ਼ਮੀ ਨੇਗੇ। ਬਾਕੀ ਦੇਖੋ ਇੱਥੋਂ ਦੇ ਟਾਈਗਰ ਰਿਜ਼ਰਵ ਇੰਪੋਰਟੈਂਟ ਹੈ ਜੀ। ਟਾਈਗਰ ਰਿਜ਼ਰਵ ਤੁਹਾਨੂੰ ਯਾਦ ਰੱਖਣੇ, ਕਈ ਵਾਰੀ ਐਗਜ਼ਾਮ ਵਿੱਚ ਆਏ ਨੇ। ਕਿਹੜੇ ਟਾਈਗਰ ਰਿਜ਼ਰਵ ਨੇ? ਰਣਥੰਭੋਰ ਟਾਈਗਰ ਰਿਜ਼ਰਵ ਹੈ, ਸਿਰਕਸ਼ਾ ਟਾਈਗਰ ਰਿਜ਼ਰਵ ਹੈ ਔਰ ਇੱਕ ਮੁਕੰਦਰਾ ਹਿਲਸ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਤੁਹਾਨੂੰ ਯਾਦ ਰੱਖਣਾ। ਸੋ ਇੰਨੇ ਫੈਕਟ ਤੁਸੀਂ ਇਸ ਨਾਲ ਰਿਲੇਟਡ ਯਾਦ ਰੱਖ ਲੈਣੇ ਜੀ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬੀਨ ਅਪਾਇੰਟਡ ਐਜ਼ ਦੀ MD ਆਫ ਗੂਗਲ ਕਲਾਊਡ ਇਨ ਇੰਡੀਆ। ਦੇਖੋ ਜੀ ਕਹਿੰਦੇ ਭਾਰਤ ਵਿੱਚ ਗੂਗਲ ਕਲਾਊਡ ਦਾ MD ਕਿਸ ਨੂੰ ਨਿਯੁਕਤ ਕੀਤਾ ਗਿਆ ਗਾ? ਦੇਖੋ ਜੀ ਇਹਨਾਂ ਬਾਰੇ ਯਾਦ ਰੱਖਣਾ ਬਿਕਰਮ ਸਿੰਘ ਬੇਦੀ ਨੇ ਨਾ ਇਹਨਾਂ ਨੂੰ ਬਣਾਇਆ ਗਿਆ ਹੁਣ ਭਾਰਤ ਵਿੱਚ ਗੂਗਲ ਕਲਾਊਡ ਦੇ MD। ਜਦ ਕਿ ਦੇਖੋ ਅਗਰ ਆਪਾਂ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਸੀ ਕਰਨ ਬਾਜਵਾ ਸਾਹਿਬ। ਦੇਖੋ ਜੀ ਕਰਨ ਬਾਜਵਾ ਹੁਣ ਬਣ ਚੁੱਕੇ ਨੇ ਏਸ਼ੀਆ ਪ੍ਰਸ਼ਾਂਤ ਦੇ ਵਿੱਚ ਗੂਗਲ ਕਲਾਊਡ ਦੇ ਹੈੱਡ, ਠੀਕ ਹੈ ਨਾ। ਏਸ਼ੀਆ ਪ੍ਰਸ਼ਾਂਤ ਗੂਗਲ ਕਲਾਊਡ ਦੇ ਹੈੱਡ ਬਣ ਚੁੱਕੇ ਨੇ ਕਰਨ ਬਾਜਵਾ। ਔਰ ਕਰਨ ਬਾਜਵਾ ਦੀ ਜਗ੍ਹਾ 'ਤੇ ਹੁਣ ਬਿਕਰਮ ਸਿੰਘ ਬੇਦੀ ਨੂੰ ਬਣਾ ਦਿੱਤਾ ਗਿਆ ਹੈਗਾ ਭਾਰਤ ਦੇ ਵਿੱਚ ਗੂਗਲ ਕਲਾਊਡ ਦੇ ਨਵੇਂ MD, ਠੀਕ ਹੈ ਨਾ। ਤਾਂ ਤੁਸੀਂ ਦੋਨਾਂ ਬਾਰੇ ਯਾਦ ਰੱਖ ਸਕਦੇ ਹੋਗੇ। ਬਾਕੀ ਦੇਖੋ ਗੂਗਲ ਕਲਾਊਡ ਕੀ ਹੁੰਦਾ ਗਾ? ਦੇਖੋ ਜੀ ਗੂਗਲ ਕਲਾਊਡ ਇੱਕ ਵਿਰਚੁਅਲੀ ਮੈਮਰੀ ਹੁੰਦੀ ਹੈਗੀ। ਜਿਵੇਂ ਦੇਖੋ ਆਪਣੀ ਪੈਨ ਡਰਾਈਵ ਹੁੰਦੀ ਹੈ ਜਾਂ ਚਿੱਪ ਹੁੰਦੀ ਹੈਗੀ, ਉਹ ਇੱਕ ਤਰੀਕੇ ਦੀ ਫਿਜ਼ੀਕਲ ਮੈਮਰੀ ਹੈਗੀ। ਤਾਂ ਇਸੇ ਤਰੀਕੇ ਨਾਲ ਗੂਗਲ ਕਲਾਊਡ ਵੀ ਆਪਣੀ ਕੀ ਇੱਕ ਮੈਮਰੀ ਹੁੰਦੀ ਹੈਗੀ ਜਿਹਦੇ ਵਿੱਚ ਕਿ ਆਪਣੀਆਂ ਫੋਟੋਜ਼ ਵੀਡੀਓਜ਼ ਆਪਾਂ ਕੁਝ ਵੀ ਕਿਹਾ ਸੇਵ ਕਰਕੇ ਰੱਖ ਸਕਦੇ ਹੁੰਦੇ ਹੈਗੇ, ਠੀਕ ਹੈ ਨਾ। ਬਾਕੀ ਦੇਖੋ ਅਗਰ ਆਪਾਂ ਗੂਗਲ ਬਾਰੇ ਵੀ ਗੱਲਬਾਤ ਕਰੀਏ, ਗੂਗਲ ਬਾਰੇ ਯਾਦ ਰੱਖਣ ਦੀ ਸਥਾਪਨਾ 4 ਸਤੰਬਰ ਨੂੰ ਹੋਈ ਸੀ ਦੀ ਸਥਾਪਨਾ ਸੰਨ 1998 ਦੇ ਵਿੱਚ। ਬਾਕੀ ਇਹਦਾ ਹੈੱਡਕੁਆਟਰ ਬਾਰੇ ਗੱਲ ਕਰੀਏ ਕੈਲੀਫੋਰਨੀਆ USA ਵਿੱਚ ਹੈੱਡਕੁਆਟਰ ਹੈ ਜੀ। ਔਰ ਇਹਦੇ CEO ਕੌਣ ਨੇਗੇ? ਸੁੰਦਰ ਪਿਚਾਈ ਸਾਹਿਬ ਨੇਗੇ, ਠੀਕ ਹੈ। ਯਾਦ ਰੱਖਣਾ ਸੁੰਦਰ ਪਿਚਾਈ ਐਟ ਪ੍ਰੈਜ਼ੈਂਟ ਗੂਗਲ ਦੇ ਕੌਣ ਨੇਗੇ? CEO ਨੇਗੇ। ਬਾਕੀ ਗੂਗਲ ਦੇ ਕਈ ਵਾਰ ਨਾ ਤੁਹਾਨੂੰ ਪੈਰੈਂਟ ਕੰਪਨੀ ਪੁੱਛ ਲੈਂਦੇ ਹੁੰਦੇ ਆ, ਤਾਂ ਯਾਦ ਰੱਖਣਾ ਅਲਫਾਬੈਟ ਕੰਪਨੀ ਕੀ ਹੈਗੀ? ਗੂਗਲ ਦੀ ਪੈਰੈਂਟ ਕੰਪਨੀ ਹੈਗੀ। ਬਾਕੀ ਦੇਖੋ ਜਿਹੜੀ ਇਹ ਅਲਫਾਬੈਟ ਕੰਪਨੀ ਹੈ ਨਾ ਇਸ ਦੇ ਵੀ CEO ਸੁੰਦਰ ਪਿਚਾਈ ਹੀ ਹੈਗੇ ਨੇਗੇ, ਠੀਕ ਹੈ ਨਾ। ਤਾਂ ਇੰਨੇ ਫੈਕਟ ਤੁਸੀਂ ਗੂਗਲ ਦੇ ਨਾਲ ਰਿਲੇਟਡ ਯਾਦ ਰੱਖ ਸਕਦੇ ਹੋਗੇ। ਬਾਕੀ ਦੇਖੋ ਗੂਗਲ ਦੇ ਨਾਲ ਕਈ ਨਿਊਜ਼ ਵੀ ਜੁੜੀਆਂ ਹੋਈਆਂ ਨੇ, ਜਿਵੇਂ ਕਿ ਦੇਖੋ ਜਿਹੜੀ ਇਨਫੋਸਿਸ ਕੰਪਨੀ ਆ ਉਸ ਨੂੰ ਹੁਣ ਗੂਗਲ
ਕਲਾਊਡ ਪਾਰਟਨਰ ਦਾ ਦਰਜਾ ਮਿਲਿਆ ਸੀ ਹਾਲ ਹੀ ਦੇ ਵਿੱਚ। ਆਪਾਂ ਨੇ ਪੜ੍ਹਿਆ ਵੀ ਸੀਗਾ ਪਿਛਲੇ ਮਹੀਨੇ ਵਿੱਚ, ਅਗਰ ਤੁਹਾਡੇ ਯਾਦ ਹੋਵੇ। ਔਰ ਇਸੇ ਤਰੀਕੇ ਨਾਲ ਇਹ ਦੇਖੋ ਇੱਕ ਬੈਂਕ ਆਪਣਾ ICICI ਬੈਂਕ ਨੇ ਹੁਣ ਫਾਸਟ ਟੈਗ ਦੇ ਲਈ ਗੂਗਲ ਪੇ ਦੇ ਨਾਲ ਸਮਝੌਤਾ ਕੀਤਾ ਸੀਗਾ, ਠੀਕ ਹੈ ਨਾ, ਹਾਲ ਹੀ ਦੀ ਨਿਊਜ਼ ਹੈ। ਔਰ ਇਸੇ ਤਰੀਕੇ ਨਾਲ ਦੇਖੋ ਗੂਗਲ ਇੰਡੀਆ ਨੇ ਆਪਣੇ ਦੇਸ਼ ਦੇ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਦਾ ਜਿਹੜਾ ਵਪਾਰ ਹੋਰ ਵਧਾਉਣ ਵਾਸਤੇ ਇੱਕ ਅਭਿਆਨ ਸ਼ੁਰੂ ਕੀਤਾ ਸੀ ਜਿਹਦਾ ਨਾਂ ਸੀ ਮੇਕ ਸਮਾਲ ਸਟਰੋਂਗ, ਠੀਕ ਹੈ ਨਾ। ਤਾਂ ਇਸ ਅਭਿਆਨ ਬਾਰੇ ਯਾਦ ਰੱਖ ਸਕਦੇ ਹੋ ਤੁਸੀਂ। ਇਹ ਸਾਰੀਆਂ ਨਿਊਜ਼ ਗੂਗਲ ਨਾਲ ਰਿਲੇਟਡ ਯਾਦ ਰੱਖਣੀਆਂ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਨੇਗੇ ਜਿੰਨੇ ਤੁਹਾਨੂੰ ਹੁਣ ਦੱਸੇ ਨੇ, ਠੀਕ ਹੈ ਜੀ। ਤਾਂ ਇਹਨਾਂ ਬਾਰੇ ਸੋਨੇ ਕੀ ਆ ਧਿਆਨ ਵਿੱਚ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਵਿਲ ਮੇਕ ਦੀ ਵਰਲਡਸ ਫਸਟ ਐਨਰਜੀ ਆਈਲੈਂਡ। ਦੇਖੋ ਜੀ ਕਹਿੰਦੇ ਕਿਹੜਾ ਦੇਸ਼ ਦੁਨੀਆ ਦਾ ਪਹਿਲਾ ਊਰਜਾ ਟਾਪੂ ਬਣਾਏਗਾ। ਦੇਖੋ ਜੀ ਇਹਦੇ ਬਾਰੇ ਯਾਦ ਰੱਖਣਾ ਜਿਹੜਾ ਡੈਨਮਾਰਕ ਕੰਟਰੀ ਹੈ ਨਾ, ਇੱਥੇ ਹੁਣ ਬਣਾਇਆ ਜਾ ਰਿਹਾ ਆਪਣੀ ਦੁਨੀਆ ਦਾ ਪਹਿਲਾ ਊਰਜਾ ਟਾਪੂ ਜਾਣੀ ਕਿ ਐਨਰਜੀ ਆਈਲੈਂਡ। ਡੈਨਮਾਰਕ ਦੀ ਸਰਕਾਰ ਨੇ ਹੁਣ ਇਹਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਜਿਹੜਾ ਡੈਨਮਾਰਕ ਦਾ ਉੱਤਰੀ ਸਾਗਰ ਹੈਗਾ ਉੱਥੇ ਇਸ ਐਨਰਜੀ ਆਈਲੈਂਡ ਨੂੰ ਕੀ ਬਣਾਇਆ ਜਾਏਗਾ। ਬਾਕੀ ਦੇਖੋ ਇਹਦਾ ਫਾਇਦਾ ਕੀ ਹੋਏਗਾ, ਜਿੰਨੇ ਵੀ ਯੂਰਪੀਅਨ ਕੰਟਰੀਆਂ ਉੱਥੋਂ ਦੇ ਲਗਭਗ 3 ਮਿਲੀਅਨ ਘਰਾਂ ਨੂੰ ਇਸ ਊਰਜਾ ਟਾਪੂ ਦਾ ਕੀ ਇੱਕ ਲਾਭ ਮਿਲੇਗਾ, ਜਿਹਦੇ ਵਿੱਚ ਕਿ ਇੱਥੇ ਇਹਨਾਂ ਨੂੰ 3 ਮਿਲੀਅਨ ਪਰਿਵਾਰਾਂ ਨੂੰ ਗ੍ਰੀਨ ਐਨਰਜੀ ਜਿਹੜੀ ਪ੍ਰੋਵਾਈਡ ਕਰਵਾਈ ਜਾਏਗੀ ਇਸ ਦੇ ਤਹਿਤ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ, ਬਸ ਸਿੱਧਾ ਯਾਦ ਰੱਖਣਾ ਜਿਹੜਾ ਆਪਣੀ ਦੁਨੀਆ ਦਾ ਪਹਿਲਾ ਹੁਣ ਐਨਰਜੀ ਆਈਲੈਂਡ ਹੈ ਕਿੱਥੇ ਬਣ ਰਿਹਾ ਹੈਗਾ, ਇਹ ਬਣ ਰਿਹਾ ਡੈਨਮਾਰਕ ਕੰਟਰੀ ਵਿੱਚ, ਠੀਕ ਹੈ ਨਾ। ਤਾਂ ਡੈਨਮਾਰਕ ਦਾ ਨਾਮ ਸੁਣੇ ਯਾਦ ਰੱਖਣਾ। ਬਾਕੀ ਡੈਨਮਾਰਕ ਦੀ ਗੱਲ ਕਰੀਏ ਕੈਪੀਟਲ ਆ ਕੋਪਨਹੈਗਨ ਇੱਥੋਂ ਦੀ ਕੈਪੀਟਲ ਹੈ ਜੀ। ਔਰ ਕਰੰਸੀ ਦੀ ਗੱਲ ਕਰੀਏ ਤਾਂ ਕਰੋਨ ਇੱਥੇ ਕੀ ਹੈ ਕਰੰਸੀ ਚੱਲਦੀ ਆ। ਤਾਂ ਕੈਪੀਟਲ ਅਤੇ ਕਰੰਸੀ ਦੋਨੇ ਯਾਦ ਰੱਖਣੀਆਂ ਤੁਹਾਨੂੰ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਬਟ ਹੈਜ਼ ਬੀਨ ਰੀਨੇਮ ਐਜ਼ ਆਕਾਸ਼ਬਾਣੀ ਸੰਗੀਤ ਸੰਮੇਲਨ। ਦੇਖੋ ਜੀ ਕਹਿੰਦੇ ਆਕਾਸ਼ਬਾਣੀ ਸੰਗੀਤ ਸੰਮੇਲਨ ਦਾ ਹੁਣ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ ਗਾ। ਦੇਖੋ ਜੀ ਸਰਕਾਰ ਦੇ ਦੁਆਰਾ ਹੁਣ ਜਿਹੜੀ ਆਕਾਸ਼ਬਾਣੀ ਸੰਗੀਤ ਸੰਮੇਲਨ ਆ ਇਹਦਾ ਨਾਮ ਬਦਲ ਕੇ ਹੁਣ ਭਾਰਤ ਰਤਨ ਪੰਡਿਤ ਭੀਮ ਸੈਨ ਜੋਸ਼ੀ ਨਾਮ ਰੱਖ ਦਿੱਤਾ ਗਿਆ ਗਾ। ਦੇਖੋ ਜੀ ਪੰਡਿਤ ਭੀਮ ਸੈਨ ਜੋਸ਼ੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਭਾਰਤ ਰਤਨ ਮਿਲ ਚੁੱਕਿਆ ਗਾ। ਔਰ ਅਗਰ ਆਪਾਂ ਗੱਲ ਕਰੀਏ ਭਾਰਤ ਰਤਨ ਦੇਖੋ ਕਦੋਂ ਮਿਲਿਆ ਯਾਦ ਰੱਖਣਾ, ਪਹਿਲੀ ਗੱਲ ਤਾਂ 2009 ਦੇ ਵਿੱਚ ਇਹਨਾਂ ਨੂੰ ਮਿਲਿਆ ਸੀ। ਔਰ ਇਹਨਾਂ ਦੇ ਨਾਮ 'ਤੇ ਹੁਣ ਜਿਹੜਾ ਆਕਾਸ਼ਬਾਣੀ ਸੰਗੀਤ ਸੰਮੇਲਨ ਦਾ ਨਾਮ ਚੇਂਜ ਕਰਕੇ ਰੱਖ ਦਿੱਤਾ ਗਿਆ ਗਾ, ਠੀਕ ਹੈ ਨਾ। ਬਾਕੀ ਦੇਖੋ ਸਰਕਾਰ ਦੇ ਦੁਆਰਾ ਕਿਹਾ ਗਿਆ ਵੀ ਅਸੀਂ 4 ਫਰਵਰੀ 2021 ਤੋਂ, ਠੀਕ ਹੈ ਨਾ, ਅਗਲੇ ਸਾਲ ਦੀ ਜਾਣੀ ਕਿ 4 ਫਰਵਰੀ 2022 ਤੱਕ ਜਿਹੜਾ ਪੂਰਾ ਸਾਲ ਹੈਗਾ ਇਸ ਸਾਲ ਨੂੰ, ਠੀਕ ਹੈ ਨਾ, ਪੰਡਿਤ ਭੀਮ ਸੈਨ ਜੋਸ਼ੀ ਦੀ ਯਾਦਗਾਰ ਦੇ ਵਜੋਂ ਇੱਕ ਸ਼ਤਾਬਦੀ ਸਾਲ ਦੇ ਵਜੋਂ ਮਨਾਉਣ ਦਾ ਵੀ ਫੈਸਲਾ ਕੀਤਾ ਗਾ। ਔਰ ਬਸ ਉਹਨੇ ਸਿੱਧਾ ਯਾਦ ਰੱਖਣਾ ਇਸ ਕੁਐਸਚਨ ਨਾਲ ਰਿਲੇਟਡ ਜਿਹੜਾ ਆਕਾਸ਼ਬਾਣੀ ਸੰਗੀਤ ਸੰਮੇਲਨ ਆ ਇਹਦਾ ਨਾਮ ਬਦਲ ਕੇ ਹੋਣਾ ਪੰਡਿਤ ਭੀਮ ਸੈਨ ਜੋਸ਼ੀ ਦੇ ਨਾਮ 'ਤੇ ਰੱਖ ਦਿੱਤਾ ਗਿਆ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਦੇਖੋ ਆਪਸ਼ਨ ਨੰਬਰ B ਬਾਰੇ ਗੱਲ ਕਰੀਏ ਨੇਤਾ ਜੀ ਸੁਭਾਸ਼ ਚੰਦਰ ਬੋਸ। ਇਹਨਾਂ ਦਾ ਨਾਮ ਇੰਪੋਰਟੈਂਟ ਆਪਣੇ ਆਪ ਵਿੱਚ ਕਿਉਂਕਿ 23 ਜਨਵਰੀ ਦੇਖੋ ਆਪਾਂ ਨੇ ਕਿ ਇਹਨਾਂ ਦੇ ਕਿਆ ਜਯੰਤੀ ਮਨਾਈ ਸੀ, ਜਨਮ ਜਯੰਤੀ ਮਨਾਈ ਸੀਗੀ। ਔਰ ਇਹਨਾਂ ਦੇ ਜਨਮ ਦਿਨ 'ਤੇ ਹੀ ਜਾਣੀ ਕਿ 23 ਜਨਵਰੀ ਨੂੰ ਹੀ ਹਰ ਸਾਲ ਆਪਣੇ ਹੁਣ ਭਾਰਤ ਵਿੱਚ ਪਰਾਕਰਮ ਦਿਵਸ ਮਨਾਉਣ ਦਾ ਫੈਸਲਾ ਕੀਤਾ ਆਪਣੀ ਸਰਕਾਰ ਨੇ। ਬਾਕੀ ਦੇਖੋ ਇੱਕ ਨਿਊਜ਼ ਆਪਾਂ ਨੇ ਹੋਰ ਪੜ੍ਹੀ ਸੀਗੀ, ਹਾਵੜਾ ਕਾਲਕਾ ਮੇਲ ਟ੍ਰੇਨ ਦਾ ਨਾਮ ਬਦਲ ਕੇ ਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਰੱਖਿਆ ਗਿਆ ਸੀ, ਤਾਂ ਇਹ ਵੀ ਯਾਦ ਰੱਖ ਸਕਦੇ ਹੋ। ਔਰ ਇਸੇ ਤਰੀਕੇ ਨਾਲ ਦੇਖੋ ਆਪਸ਼ਨ ਨੰਬਰ C ਪੰਡਿਤ ਦੀਨ ਦਿਆਲ, ਇਹਨਾਂ ਨਾਮ ਵੀ ਇੰਪੋਰਟੈਂਟ ਆ। ਇੱਕ ਰੇਲਵੇ ਸਟੇਸ਼ਨ ਸੀ ਮੁਗਲ ਸਰਾਏ ਰੇਲਵੇ ਸਟੇਸ਼ਨ, ਉਸ ਦਾ ਨਾਮ ਬਦਲ ਕੇ ਪੰਡਿਤ ਦੀਨ ਦਿਆਲ ਰੇਲਵੇ ਸਟੇਸ਼ਨ ਰੱਖਿਆ ਗਿਆ ਗਾ। ਔਰ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਕੌਣ ਹੈ ਜੀ ਇਹ? ਦੇਖੋ ਜੀ ਇੱਕ ਕੋਲਕਾਤਾ ਬੰਦਰਗਾਹ ਸੀਗੀ, ਠੀਕ ਹੈ ਨਾ, ਵੈਸਟ ਬੰਗਾਲ ਦੇ ਵਿੱਚ, ਉਸ ਦਾ ਨਾਮ ਚੇਂਜ ਕਰਕੇ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਬੰਦਰਗਾਹ ਰੱਖ ਦਿੱਤਾ ਗਾ। ਤਾਂ ਇਹਨਾਂ ਬਾਰੇ ਤੁਸੀਂ ਯਾਦ ਰੱਖ ਸਕਦੇ ਹੋਗੇ। ਸੋ ਇਹ ਸਾਰੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖਣੇ, ਸਾਰੇ ਆਪਣੇ ਲਈ ਇੰਪੋਰਟੈਂਟ ਨੇਗੇ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ ਜੀ। ਦੀ ਥਰਡ ਬੰਗਲਾਦੇਸ਼ ਫਿਲਮ ਫੈਸਟੀਵਲ ਹੈਜ਼ ਬੀਨ ਸਟਾਰਟਡ ਇਨ ਵਿਚ ਸਿਟੀ। ਦੇਖੋ ਜੀ ਕਹਿੰਦੇ ਤੀਜਾ ਬੰਗਲਾਦੇਸ਼ ਫਿਲਮ ਉਤਸਵ ਕਿਸ ਸ਼ਹਿਰ ਦੇ ਵਿੱਚ ਹੁਣ ਸ਼ੁਰੂ ਹੋਇਆ ਸੀਗਾ। ਦੇਖੋ ਜੀ ਜਿਹੜਾ ਤੀਜਾ ਬੰਗਲਾਦੇਸ਼ੀ ਫਿਲਮ ਉਤਸਵ ਸੀਗਾ ਇਹ ਹੁਣ ਸ਼ੁਰੂ ਹੋਇਆ ਸੀ ਜੀ ਕੋਲਕਾਤਾ ਸਿਟੀ ਦੇ ਵਿੱਚ, ਠੀਕ ਹੈ ਨਾ। ਤਾਂ ਇਹਦੇ ਬਾਰੇ ਸੁਣਿਓ ਯਾਦ ਰੱਖਣਾ, ਇਸ ਸਾਲ ਇਹਦਾ 3rd ਐਡੀਸ਼ਨ ਹੈਗਾ ਸੀਗਾ। ਔਰ ਦੇਖੋ ਜੀ ਅਗਰ ਆਪਾਂ ਗੱਲ ਕਰੀਏ ਇਸ ਫਿਲਮ ਫੈਸਟੀਵਲ ਦੀ, ਇਹਦਾ ਉਦਘਾਟਨ ਕੀਤਾ ਸੀ ਬੰਗਲਾਦੇਸ਼ ਦੀ ਸੂਚਨਾ ਪ੍ਰਸਾਰਣ ਮੰਤਰੀ ਡਾਕਟਰ ਹਸਨ ਮਹਿਮੂਦ ਦੇ ਦੁਆਰਾ, ਠੀਕ ਹੈ ਨਾ। ਔਰ ਇਸ ਸਾਲ ਇਹਦਾ ਤੀਜਾ ਐਡੀਸ਼ਨ ਸੀ, ਯਾਦ ਰੱਖਣਾ। ਔਰ ਕਿੱਥੇ ਹੋਇਆ ਇਹ ਤੀਜਾ ਬੰਗਲਾਦੇਸ਼ੀ ਫਿਲਮ ਫੈਸਟੀਵਲ? ਇਹ ਹੋਇਆ ਜੀ ਕੋਲਕਾਤਾ ਦੇ ਵਿੱਚ। ਦੇਖੋ ਕੋਲਕਾਤਾ ਆਪਾਂ ਨੂੰ ਪਤਾ ਜੀ ਵੈਸਟ ਬੰਗਾਲ ਦੀ ਕੈਪੀਟਲ ਹੈਗੀ, ਠੀਕ ਹੈ ਨਾ, ਸੁਣੇ ਯਾਦ ਰੱਖਣਾ। ਬਾਕੀ ਦੇਖੋ ਵੈਸਟ ਬੰਗਾਲ ਬਾਰੇ ਵੀ ਗੱਲ ਕਰ ਲੈਂਦੇ ਹੈਗੇ। ਪਹਿਲੀ ਗੱਲ ਤਾਂ ਕੋਲਕਾਤਾ ਬਾਰੇ ਯਾਦ ਰੱਖਣਾ, ਕੋਲਕਾਤਾ ਜਿਹੜਾ ਸ਼ਹਿਰ ਹੈਗਾ ਹੁਗਲੀ ਰਿਵਰ ਦੇ ਕਿਨਾਰੇ ਸਥਿਤ ਹੈ। ਔਰ ਕਲਕੱਤਾ ਬਾਰੇ ਇਹ ਵੀ ਯਾਦ ਰੱਖ ਸਕਦੇ ਹੋ, ਦੇਖੋ ਜੀ ਆਪਣਾ ਜੂਲੋਜੀਕਲ ਸਰਵੇ ਆਫ ਇੰਡੀਆ ਦਾ ਜਿਹੜਾ ਹੈੱਡਕੁਆਟਰ ਹੈ ਨਾ ਕਲਕੱਤਾ ਸ਼ਹਿਰ ਦੇ ਵਿੱਚ ਹੈਗਾ। ਇਸੇ ਤਰੀਕੇ ਨਾਲ ਤੁਹਾਨੂੰ ਇੱਕ ਬੈਂਕ ਦਾ ਨਾਮ ਸੁਣਿਆ ਨਾ ਯੂਕੋ ਬੈਂਕ ਦਾ ਵੀ ਹੈੱਡਕੁਆਟਰ ਕਲਕੱਤਾ ਵਿੱਚ ਹੈਗਾ। ਬਾਕੀ ਦੇਖੋ ਵੈਸਟ ਬੰਗਾਲ ਬਾਰੇ ਗੱਲ ਕਰ ਰਹੇ ਸੀ ਆਪਾਂ, ਇਹਦੇ CM ਮਮਤਾ ਬੈਨਰਜੀ ਹੈ ਔਰ ਇਹਦੇ ਗਵਰਨਰ ਜਗਦੀਪ ਧਨਕਰ, ਤੁਹਾਨੂੰ ਯਾਦ ਰੱਖਣਾ। ਬਾਕੀ ਦੇਖੋ ਵੈਸਟ ਬੰਗਾਲ ਦੀਆਂ ਕਈ ਯੋਜਨਾਵਾਂ ਇੰਪੋਰਟੈਂਟ ਨੇ ਜਿਹੜੀਆਂ ਹਾਲ ਹੀ ਵਿੱਚ ਰਹੀਆਂ ਸੀਗੀਆਂ, ਜਿਵੇਂ ਕਿ ਯਾਦ ਰੱਖਣਾ ਦੁਬਾਰੇ ਸਰਕਾਰ ਯੋਜਨਾ,
ਇੱਥੋਂ ਦੀ ਯੋਜਨਾ ਸੀ ਵੈਸਟ ਬੰਗਾਲ ਦੀ। ਪੱਤ ਸ਼੍ਰੀ ਯੋਜਨਾ ਇੱਥੋਂ ਦੀ ਸੀ। ਰਾਜ ਪੁਰੋਹਿਤ ਨਾਂ ਦੀ ਇੱਕ ਯੋਜਨਾ ਸੀ ਇਹਨਾਂ ਦੀ। ਬਾਕੀ ਦੇਖੋ ਇਹਨਾਂ ਦੀ ਇੱਕ ਯੋਜਨਾ ਸੀਗੀ ਸੁਬੁੱਝ ਸਾਥੀ ਯੋਜਨਾ। ਸਭ ਤੋਂ ਇੰਪੋਰਟੈਂਟ ਯੋਜਨਾ ਹੈਗੀ ਸੁਬੁੱਝ ਸਾਥੀ ਯੋਜਨਾ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਸ ਯੋਜਨਾ ਕਰਕੇ ਵੈਸਟ ਬੰਗਾਲ ਨੂੰ WSIS ਪੁਰਸਕਾਰ ਦਿੱਤਾ ਗਿਆ ਸੀ ਹਾਲ ਹੀ ਵਿੱਚ। ਹੁਣ ਇਹ WSIS ਕੀ ਹੈਗਾ? ਇਹਦਾ ਪੂਰਾ ਨਾਮ ਹੁੰਦਾ ਜੀ ਵਰਲਡ ਸਮਿਟ ਔਨ ਦੀ ਇਨਫੋਰਮੇਸ਼ਨ ਸੁਸਾਇਟੀ, ਠੀਕ ਹੈ ਨਾ। ਤਾਂ ਇਹ ਅਵਾਰਡ ਮਿਲਿਆ ਸੀ ਸੁਬੁੱਝ ਸਾਥੀ ਯੋਜਨਾ ਕਰਕੇ ਵੈਸਟ ਬੰਗਾਲ ਨੂੰ। ਤਾਂ ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ। ਬਾਕੀ ਹੋਰ ਵੀ ਯਾਦ ਰੱਖ ਸਕਦੇ ਹੋ। ਦੇਖੋ ਵੈਸਟ ਬੰਗਾਲ ਨੂੰ ਸਬਜ਼ੀਆਂ ਦੇ ਉਤਪਾਦਨ ਵਿੱਚ ਸਭ ਤੋਂ ਟੌਪ 'ਤੇ ਰਿਹਾ ਸੀ ਜਿਹੜਾ ਵੈਸਟ ਬੰਗਾਲ। ਇਸੇ ਤਰੀਕੇ ਨਾਲ ਫਲਾਂ ਦੇ ਉਤਪਾਦਨ ਵਿੱਚ ਆਂਧਰਾ ਪ੍ਰਦੇਸ਼ ਟੌਪ 'ਤੇ ਰਿਹਾ ਸੀਗਾ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਦੇਖੋ ਹਾਲ ਹੀ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਆਪਣੇ ਦੇਸ਼ ਦੀ ਪਹਿਲੀ ਇੱਕ ਬੋਟ ਲਾਇਬ੍ਰੇਰੀ ਸ਼ੁਰੂ ਕੀਤੀ ਸੀ ਵੈਸਟ ਬੰਗਾਲ ਦੇ ਵਿੱਚ, ਯਾਨੀ ਕਿ ਕਿਸ਼ਤੀ ਉੱਤੇ ਚੱਲਦੀ ਫਿਰਦੀ ਕੀ ਇੱਕ ਲਾਇਬ੍ਰੇਰੀ ਸੀਗੀ। ਤਾਂ ਵੈਸਟ ਬੰਗਾਲ ਦੇ ਵਿੱਚ ਹੀ ਇਸ ਨੂੰ ਸ਼ੁਰੂ ਕੀਤਾ ਗਿਆ ਸੀਗਾ। ਤਾਂ ਇਹ ਸਾਰੇ ਫੈਕਟ ਤੁਸੀਂ ਵੈਸਟ ਬੰਗਾਲ ਨਾਲ ਰਿਲੇਟਡ ਯਾਦ ਰੱਖ ਸਕਦੇ ਹੋ ਜੀ, ਸਾਰੇ ਆਪਣੇ ਲਈ ਇੰਪੋਰਟੈਂਟ ਨੇ। ਅੱਛਾ, ਇੱਕ ਨੈਸ਼ਨਲ ਪਾਰਕ ਇੱਥੋਂ ਦੇ ਸੁੰਦਰਬਨ ਨੈਸ਼ਨਲ ਪਾਰਕ ਹੈ, ਇੱਥੇ ਬੁਕਸਾ ਨੈਸ਼ਨਲ ਪਾਰਕ ਹੈ, ਔਰ ਗੋਰੂਮਾਰਾ ਨੈਸ਼ਨਲ ਪਾਰਕ ਹੈ, ਨਿਓਰਾ ਵੈਲੀ ਹੈ, ਔਰ ਇੱਕ ਹੋਰ ਸੀ ਸਿੰਗਾਲੀਲਾ, ਠੀਕ ਹੈ ਨਾ, ਸਿੰਗਾਲੀਲਾ ਨੈਸ਼ਨਲ ਪਾਰਕ। ਤਾਂ ਇਹ ਸਾਰੇ ਨੈਸ਼ਨਲ ਪਾਰਕ ਯਾਦ ਰੱਖਣੇ ਵੈਸਟ ਬੰਗਾਲ ਦੇ। ਕਈ ਵਾਰੀ ਐਗਜ਼ਾਮ 'ਚ ਪੁੱਛੇ ਗਏ ਨੇਗੇ, ਸਾਰੇ ਇੰਪੋਰਟੈਂਟ ਨੇ ਆਪਣੇ ਲਈ, ਠੀਕ ਹੈ ਜੀ। ਸੋ ਤੁਹਾਨੂੰ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਗੌਰਮੈਂਟ ਹੈਜ਼ ਲੌਂਚਡ ਦੀ ਟੀ ਗਾਰਡਨ ਧਨ ਅਵਾਰਡ ਸਕੀਮ। ਦੇਖੋ ਜੀ ਕਹਿੰਦੇ ਕਿਸ ਰਾਜ ਸਰਕਾਰ ਨੇ ਟੀ ਗਾਰਡਨ ਧਨ ਅਵਾਰਡ ਸਕੀਮ ਨੂੰ ਸ਼ੁਰੂ ਕੀਤਾ ਗਾ। ਦੇਖੋ ਜੀ ਇਸ ਸਕੀਮ ਨੂੰ ਹੁਣ ਸ਼ੁਰੂ ਕੀਤਾ ਗਾ ਅਸਮ ਸਟੇਟ ਦੇ ਵਿੱਚ। ਦੇਖੋ ਜੀ ਅਗਰ ਆਪਾਂ ਗੱਲ ਕਰੀਏ ਇਸ ਸਕੀਮ ਬਾਰੇ ਤਾਂ ਇਹਨੂੰ ਸ਼ੁਰੂ ਕੀਤਾ ਗਿਆ ਅਸਮ ਦੇ ਗੁਹਾਟੀ ਸ਼ਹਿਰ ਦੇ ਵਿੱਚ, ਔਰ ਹੁਣ ਇਹਦਾ ਤੀਜਾ ਚਰਨ ਸੀਗਾ। ਔਰ ਤੀਜੇ ਚਰਨ ਦੇ ਵਿੱਚ ਜਿਹੜੀ ਆਪਣੀ ਵਿੱਤ ਮੰਤਰੀ ਹੈ ਨਿਰਮਲਾ ਸੀਤਾਰਮਨ ਇਹਦੇ ਵਿੱਚ ਮੁੱਖ ਮਹਿਮਾਨ ਸੀ। ਔਰ ਨਿਰਮਲਾ ਸੀਤਾਰਮਨ ਨੇ ਦੇਖੋ ਜੀ ਅਗਰ ਆਪਾਂ ਗੱਲ ਕਰੀਏ ਤਾਂ ਲੋਕਾਂ ਨੂੰ ਪਹਿਲਾਂ ਦੇਖੋ ਇਸ ਅਸਮ ਦੇ ਵਿੱਚ ਹੀ ਪਹਿਲਾਂ 5000 ਰੁਪਏ ਦਿੱਤੇ ਗਏ ਸੀ, ਔਰ ਉਸ ਤੋਂ ਬਾਅਦ 5000 ਰੁਪਏ ਦੁਬਾਰਾ ਦਿੱਤੇ ਗਏ ਸੀ, ਔਰ ਹੁਣ ਇਸ ਸੰਮੇਲਨ ਦੇ ਵਿੱਚ 3000 ਰੁਪਏ ਦਿੱਤੇ ਨੇਗੇ, ਠੀਕ ਹੈ ਨਾ। ਦੇਖੋ ਦਿੱਤੇ ਕਿੰਨਾਂ ਨੂੰ ਹੈਗਾ, ਤੁਹਾਨੂੰ ਪਤਾ ਵੀ ਜਿਹੜਾ ਅਸਮ ਸਟੇਟ ਹੈਗਾ ਚਾਹ ਕਰਕੇ ਮਸ਼ਹੂਰ ਹੈਗਾ। ਲਗਭਗ ਦੇਖੋ ਜੀ ਗੱਲ ਕਰੀਏ ਹੁਣ ਨਾ ਸਾਰੇ ਜਿਹੜੇ ਖੇਡਦੇ ਅਸਮ ਵਿੱਚ 2 ਮਹੀਨੇ ਤੱਕ ਅਸਮ ਦੇ ਵਿੱਚ ਕੀ ਵਿਧਾਨ ਸਭਾ ਵੋਟਾਂ ਪੈਣੀਆਂ ਨੇਗੀਆਂ। ਤਾਂ ਉੱਥੇ ਹੁਣ ਸਾਰੇ ਜਿਹੜੇ BJP ਵਾਲੇ ਆਪਣੇ ਕੀ ਸਾਰੀਆਂ ਸਕੀਮਾਂ ਚਲਾ ਰਹੇ ਨੇਗੇ। ਔਰ ਵੱਧ ਤੋਂ ਵੱਧ ਦੇਖੋ ਉੱਥੇ 35% ਅਗਰ ਆਪਾਂ ਗੱਲ ਕਰੀਏ 35% ਤੋਂ ਵੀ ਵੱਧ ਜਿਹੜੀ ਵੋਟ ਹੈਗੀ ਜਿਹੜੇ ਉੱਥੋਂ ਦੇ ਚਾਹ ਦੇ ਕੀ ਆ ਕਾਰੀਗਰ ਨੇਗੇ, ਠੀਕ ਹੈ ਨਾ, ਜਾਣੀ ਕਿ ਖੇਤਾਂ ਵਿੱਚ ਕੰਮ ਕਰਦੇ ਨੇ। ਤਾਂ ਉਹਨਾਂ ਲਈ ਵੱਧ ਤੋਂ ਵੱਧ ਸਕੀਮਾਂ ਹੁਣ ਸ਼ੁਰੂ ਕਰ ਰਹੇ ਨੇ ਅਸਮ ਦੇ ਵਿੱਚ। ਖੈਰ ਆਪਾਂ ਚਲੋ ਇਹਨਾਂ ਗੱਲਾਂ ਤੋਂ ਕੀ ਲੈਣਾ, ਸੋ ਨੇ ਅਸਮ ਬਾਰੇ ਯਾਦ ਰੱਖਣਾ। ਜਿਹੜੀ ਟੀ ਗਾਰਡਨ ਧਨ ਅਵਾਰਡ ਹੈਗਾ ਇਸ ਨੂੰ ਹੁਣ ਸ਼ੁਰੂ ਕੀਤਾ ਗਿਆ ਅਸਮ ਦੇ ਵਿੱਚ। ਔਰ ਜਿਹੜੇ ਵੀ ਦੇਖੋ ਚਾਹ ਵਾਲੇ ਖੇਤਾਂ ਵਿੱਚ ਕੰਮ ਕਰਦੇ ਲੋਕ ਨੇਗੇ ਤਾਂ ਉਹਨਾਂ ਲਈ ਕੀ ਇਹ ਯੋਜਨਾ ਹੈਗੀ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਕੀ ਵਿੱਤੀ ਸਹਾਇਤਾ ਦਿੱਤੀ ਜਾ ਸਕੇ, ਠੀਕ ਹੈ ਨਾ। ਤਾਂ ਤੁਹਾਨੂੰ ਇਸ ਸਕੀਮ ਦਾ ਨਾਂ ਯਾਦ ਰੱਖਣਾ ਜੀ। ਬਾਕੀ ਅਸਮ ਦੇ ਵਿੱਚ ਦੀ ਇਹ ਯੋਜਨਾ ਹੈਗੀ ਆ। ਔਰ ਅਸਮ ਬਾਰੇ ਗੱਲ ਕਰ ਲੈਂਦੇ, ਦੇਖੋ ਕੈਪੀਟਲ ਹੈ ਇੱਥੋਂ ਦੀ ਦਿਸਪੁਰ, ਔਰ ਇੱਥੋਂ ਦੇ CM ਨੇ ਸਰਬਾਨੰਦ ਸੋਨੋਵਾਲ, ਗਵਰਨਰ ਨੇ ਇੱਥੇ ਜਗਦੀਸ਼ ਮੁਖੀ ਸਾਹਿਬ, ਠੀਕ ਹੈ ਨਾ। ਤਾਂ ਇਹਦੇ ਬਾਰੇ ਯਾਦ ਰੱਖਣਾ। ਬਾਕੀ ਅਸਮ ਬਾਰੇ ਦੇਖੋ ਕਈ ਨਿਊਜ਼ ਹੈਗੀਆਂ ਨੇ ਆਪਣੇ ਧਿਆਨ ਵਿੱਚ, ਜਿਵੇਂ ਕਿ ਆਪਾਂ ਨੇ ਹਾਲ ਹੀ ਵਿੱਚ ਪੜ੍ਹਿਆ ਸੀ ਇੱਕ ਪ੍ਰਗਿਆਨ ਭਾਰਤੀ ਅਤੇ ਇੱਕ ਭਾਸ਼ਾ ਗੌਰਵ ਯੋਜਨਾ। ਦੋਨੇ ਯੋਜਨਾਵਾਂ ਨੂੰ ਸ਼ੁਰੂ ਕੀਤਾ ਸੀ ਅਸਮ ਸਰਕਾਰ ਨੇ। ਬਾਕੀ ਇੱਕ ਆਯੁਸ਼ਮਾਨ CAPF ਨਾਂ ਦੀ ਯੋਜਨਾ ਨੂੰ ਸ਼ੁਰੂ ਕੀਤਾ ਸੀ ਅਸਮ ਸਰਕਾਰ ਨੇ। ਔਰ ਇਸੇ ਤਰੀਕੇ ਨਾਲ ਦੇਖੋ ਜਿਹੜੀਆਂ ਅਸਮ ਦੀਆਂ ਔਰਤਾਂ ਨੇ ਨਾ ਔਰ ਇੱਥੋਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਮੁਫਤ ਬੱਸ ਸੇਵਾ ਦੇਣ ਵਾਸਤੇ ਇੱਕ ਬ੍ਰਹਿਮਣ ਸਾਰਥੀ ਯੋਜਨਾ ਨੂੰ ਸ਼ੁਰੂ ਕੀਤਾ ਸੀ ਅਸਮ ਸਰਕਾਰ ਨੇ। ਔਰ ਓਰੂਨੋਡੂ ਯੋਜਨਾ ਅਸਮ ਸਰਕਾਰ ਦੀ ਹੈ ਜੀ। ਬਾਕੀ ਅਸਮ ਨਾਲ ਦੇਖੋ ਦੋ ਜਿਹੜੇ ਬੰਦੇ ਨੇ ਉਹਨਾਂ ਦਾ ਨਾਮ ਤੁਹਾਨੂੰ ਹਮੇਸ਼ਾ ਦੱਸਦਾ ਹੁੰਦਾ ਗਾ। ਪਹਿਲੇ ਤਾਂ ਯਾਦ ਰੱਖਣੇ ਤਰੁਣ ਗਗੋਈ ਸਾਹਿਬ, ਅਸਮ ਦੇ ਸਭ ਤੋਂ ਲੰਬੇ ਸਮੇਂ ਲਈ CM ਰਹਿ ਚੁੱਕੇ ਨੇ। ਹਾਲ ਹੀ ਵਿੱਚ ਡੈਥ ਹੋਈ ਇਹਨਾਂ ਦੀ, ਔਰ ਇਹਨਾਂ ਨੂੰ ਪਦਮ ਭੂਸ਼ਣ ਲਈ ਕਿ ਇਹਨਾਂ ਦਾ ਨਾਮ ਹੁਣ ਅਨਾਊਂਸਮੈਂਟ ਕੀਤਾ ਗਿਆ ਸੀ। ਬਾਕੀ ਇੱਕ ਸਈਦਾ ਅਨਵਰਾ ਤੈਮੂਰ, ਇਹਨਾਂ ਦੀ ਵੀ ਡੈਥ ਹੋ ਚੁੱਕੀ ਆ। ਅਸਮ ਦੀ ਕੇਵਲ ਇੱਕੋ ਇੱਕ ਜਿਹੜੀ ਮਹਿਲਾ ਮੁੱਖ ਮੰਤਰੀ ਰਹਿ ਚੁੱਕੀ ਆ, ਸਈਦਾ ਅਨਵਰਾ ਤੈਮੂਰ। ਤਾਂ ਇਹਨਾਂ ਦਾ ਨਾਮ ਤੁਹਾਨੂੰ ਧਿਆਨ ਵਿੱਚ ਰੱਖਣਾ। ਸੋ ਇਹ ਸਾਰੇ ਫੈਕਟ ਆਪਣੇ ਅਸਮ ਨਾਲ ਰਿਲੇਟਡ ਨੇ, ਤੁਹਾਨੂੰ ਯਾਦ ਰੱਖਣੇ। ਬਾਕੀ ਦੇਖੋ ਅਸਮ ਨਾਲ ਯਾਦ ਰੱਖਣਾ ਨਾਰਥ ਈਸਟ ਦਾ ਪਹਿਲਾ ਗਾਵਾਂ ਦੇ ਵਾਸਤੇ ਇੱਕ ਹਸਪਤਾਲ ਹੈ, ਉਹ ਅਸਮ ਦੇ ਵਿੱਚ ਹੀ ਖੋਲ੍ਹਿਆ ਗਿਆ। ਅਸਮ ਦਾ ਇੱਕ ਸ਼ਹਿਰ ਹੈ ਜੀ ਦਿਬੜੂਗੜ੍ਹ ਦੇ ਵਿੱਚ ਖੋਲ੍ਹਿਆ ਗਿਆ, ਠੀਕ ਹੈ, ਯਾਦ ਰੱਖਣਾ। ਬਾਕੀ ਦੇਖੋ ਅਸਮ ਦੇ ਬਾਰੇ ਗੱਲ ਕਰੀਏ ਤਾਂ ਨੈਸ਼ਨਲ ਪਾਰਕ ਯਾਦ ਰੱਖਣੇ, ਕਈ ਵਾਰੀ ਐਗਜ਼ਾਮ 'ਚ ਆਏ ਹੋਏ ਨੇ, ਜਿਵੇਂ ਕਿ ਇੱਥੇ ਕਾਜ਼ੀਰੰਗਾ ਨੈਸ਼ਨਲ ਪਾਰਕ ਆ ਔਰ ਫੇਮਸ ਆ ਉਹ ਇੱਕ ਸਿੰਘ ਵਾਲੇ ਗੈਂਡੇ ਵਾਸਤੇ। ਨਾਮੇਰੀ ਨੈਸ਼ਨਲ ਪਾਰਕ ਹੈ, ਮਾਨਸ ਹੈ, ਔਰੰਗ ਹੈ ਔਰ ਦਿਬੜੂ ਸ਼ਿਖਵਾ ਨੈਸ਼ਨਲ ਪਾਰਕ। ਇਹ ਸਾਰੇ ਨੈਸ਼ਨਲ ਪਾਰਕ ਅਸਮ ਦੇ ਨੇ, ਇਹਨਾਂ ਬਾਰੇ ਵੀ ਯਾਦ ਰੱਖਣਾ। ਦੇਖੋ ਇੱਕ ਨੈਸ਼ਨਲ ਪਾਰਕ ਬਾਰੇ ਤੁਹਾਨੂੰ ਮੈਂ ਨਿਊਜ਼ ਦੱਸਦਾ ਅਸਮ ਦੀ। ਅਸਮ ਦਾ ਇੱਕ ਪੋਵਾ ਰਿਜ਼ਰਵ ਫੋਰੈਸਟ ਹੈ, ਇਸ ਨੂੰ ਹੁਣ ਵਾਈਲਡ ਲਾਈਫ ਸੈਂਚੁਰੀ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈਗਾ। ਬਾਕੀ ਇਸ ਤੋਂ ਇਲਾਵਾ ਦੇਖੋ ਇੱਕ ਇੱਥੇ ਨਾ ਦੇਂਗ ਪਟਗਾਈ ਨੈਸ਼ਨਲ ਪਾਰਕ ਵਾਈਲਡ ਲਾਈਫ ਸੈਂਚੁਰੀ ਸੀ, ਔਰ ਦੇਂਗ ਪਟਗਾਈ ਵਾਈਲਡ ਲਾਈਫ ਸੈਂਚੁਰੀ ਨੂੰ ਹੁਣ ਨੈਸ਼ਨਲ ਪਾਰਕ ਦੇ ਵਿੱਚ ਅਪਗ੍ਰੇਡ ਕੀਤਾ ਗਿਆ ਸੀਗਾ, ਠੀਕ ਹੈ ਨਾ। ਤਾਂ ਸੋਨੇ ਯਾਦ ਰੱਖਣਾ ਇੰਨੇ ਫੈਕਟ ਇਸ ਬਾਰੇ। ਸੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਬਾਰੇ। ਹੁਣ ਆਪਾਂ
ਵਿਚ ਸਿਟੀ ਆਫ ਇੰਡੀਆ ਹੈਜ਼ ਆਰਗੇਨਾਈਜ਼ਡ ਦੀ ਨੈਸ਼ਨਲ ਹਾਰਟੀਕਲਚਰ ਫੇਅਰ 2021। ਦੇਖੋ ਜੀ ਕਹਿੰਦੇ ਭਾਰਤ ਦੇ ਕਿਸ ਸ਼ਹਿਰ ਨੇ ਰਾਸ਼ਟਰੀ ਬਾਗਬਾਨੀ ਮੇਲਾ 2021 ਦਾ ਆਯੋਜਨ ਕੀਤਾ। ਦੇਖੋ ਜੀ ਅਗਰ ਆਪਾਂ ਮੇਲੇ ਦੀ ਗੱਲ ਕਰੀਏ ਤਾਂ ਇਹ ਹੋਇਆ ਜੀ ਬੈਂਗਲੁਰੂ ਸ਼ਹਿਰ ਵਿੱਚ। ਕਰਨਾਟਕਾ ਸਟੇਟ ਦੀ ਕੈਪੀਟਲ ਹੈ ਬੈਂਗਲੁਰੂ, ਔਰ ਇੱਥੇ ਹੁਣ ਇਸ ਸਾਲ ਜਿਹੜਾ 2021 ਦਾ ਗਾ ਆਪਣਾ ਰਾਸ਼ਟਰੀ ਬਾਗਬਾਨੀ ਮੇਲਾ ਹੋਇਆਗਾ। ਠੀਕ ਹੈ ਨਾ। ਦੇਖੋ ਹੋਇਆ ਨਹੀਂ, ਚੱਲ ਰਿਹਾ ਹਜੇ, ਕਿਉਂਕਿ ਇਸ ਮੇਲੇ ਦੀ ਸ਼ੁਰੂਆਤ ਕੱਲ੍ਹ ਜਾਣੀ ਕਿ 8 ਫਰਵਰੀ ਨੂੰ ਹੋਈ ਆ, ਔਰ ਇਹ ਹੁਣ ਅਗਲੇ 5 ਦਿਨਾਂ ਤੱਕ ਇਹ ਮੇਲਾ ਇੱਥੇ ਚੱਲਣ ਵਾਲਾ। ਠੀਕ ਹੈ, ਸੋ ਇਹਨੂੰ ਯਾਦ ਰੱਖਣਾ। ਔਰ ਇਸ ਸਾਲ ਦੀ ਥੀਮ ਕੀ ਰਹੀ ਸੀ ਵੈਸੇ, ਯਾਦ ਰੱਖਣਾ, ਸਟਾਰਟਅਪ ਐਂਡ ਸਟੈਂਡ ਅਪ ਇੰਡੀਆ ਇਹਦੀ ਥੀਮ ਸੀ। ਠੀਕ ਹੈ ਨਾ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਦੇਖੋ ਕਰਨਾਟਕਾ ਦੇ ਵਿੱਚ ਹੁਣ ਜਾ ਰਿਹਾ, ਤਾਂ ਕਰਨਾਟਕਾ ਬਾਰੇ ਪਤਾ ਹੋਣਾ ਚਾਹੀਦਾ। ਕੈਪੀਟਲ ਦਾ ਦੇਖੋ ਬੈਂਗਲੁਰੂ ਆ, CM ਹੈਗੇ ਨੇ BS ਜਦੂਰੱਪਾ, ਗਵਰਨਰ ਹੈ ਵਜੂਭਾਈ ਵਾਲਾ ਸਾਹਿਬ। ਠੀਕ ਹੈ ਨਾ। ਬਾਕੀ ਕਰਨਾਟਕਾ ਨਾਲ ਰਿਲੇਟਡ ਯਾਦ ਰੱਖ ਸਕਦੇ। ਦੇਖੋ ਆਪਾਂ ਨੇ ਹਾਲ ਹੀ ਵਿੱਚ ਪੜ੍ਹਿਆ ਸੀ, ਇੱਕ ਵਿਆਪਨ ਹਾਲੀ ਰੇਲਵੇ ਸਟੇਸ਼ਨ ਹੈ ਕਰਨਾਟਕਾ ਦਾ, ਔਰ ਇਸ ਨੂੰ ਹੁਣ ਫੁੱਲੀ AC ਰੇਲਵੇ ਟਰਮੀਨਲ ਵਿੱਚ ਕਨਵਰਟ ਕੀਤਾ ਗਿਆ ਗਾ, ਯਾਨੀ ਕਿ ਕਹਿਣ ਦਾ ਭਾਵ ਬਿਲਕੁਲ ਇੱਕ ਏਅਰਪੋਰਟ ਦੇ ਵਾਂਗ ਬਣਾ ਦਿੱਤਾ ਗਿਆ ਇਸ ਰੇਲਵੇ ਸਟੇਸ਼ਨ ਨੂੰ, ਔਰ ਆਪਣੇ ਭਾਰਤ ਦਾ ਪਹਿਲਾ ਅਜਿਹਾ ਇੱਕ ਰੇਲਵੇ ਸਟੇਸ਼ਨ ਆ। ਔਰ ਇਹਦੇ ਬਾਰੇ ਇੰਪੋਰਟੈਂਟ ਇਹ ਹੋਏਗਾ ਕਿ ਇਹਦਾ ਨਾਮ, ਕਿਉਂਕਿ ਇਹਦਾ ਨਾਮ ਵੀ ਬਦਲਿਆ ਗਿਆ, ਇਹਦਾ ਨਾਮ ਹੁਣ ਬਦਲ ਕੇ ਸਰ M ਵਿਸ਼ਵੇਸ਼ਵਰਈਆ ਟਰਮੀਨਲ ਰੱਖਿਆ ਗਿਆ ਰੇਲਵੇ ਸਟੇਸ਼ਨ ਦਾ ਨਾਮ। ਠੀਕ ਹੈ ਨਾ। ਅਤੇ ਇਹਦਾ ਨਾਮ ਧਿਆਨ ਵਿੱਚ ਰੱਖਣਾ, ਕਿੱਥੇ ਆ ਇਹ ਯਾਦ ਰੱਖਣਾ, ਆਪਣੇ ਕਰਨਾਟਕਾ ਸਟੇਟ ਵਿੱਚ ਹੈਗਾ। ਬਾਕੀ ਕਰਨਾਟਕਾ ਨਾਲ ਯਾਦ ਰੱਖ ਸਕਦੇ ਹੋ। ਦੇਖੋ ਜੀ ਇਹਨੇ ਹੁਣ ਇੱਕ ਖੇਤੀ ਸੰਜੀਵਨੀ ਵੈਨ ਨੂੰ ਵੀ ਸ਼ੁਰੂ ਕੀਤਾ ਸੀ ਕਰਨਾਟਕਾ ਸਟੇਟ ਨੇ। ਇੱਕ ਯੋਜਨਾ ਸੀ ਅਰੁਣਦੱਤੀ ਅਤੇ ਨਾਲ ਇੱਕ ਯੋਜਨਾ ਮੇਤਰੀ ਯੋਜਨਾ, ਦੋਨੇ ਯੋਜਨਾ ਨੂੰ ਸ਼ੁਰੂ ਕੀਤਾ ਸੀ ਕਰਨਾਟਕਾ ਨੇ। ਔਰ ਇੱਕ ਪੋਰਟਲ ਵੀ ਸ਼ੁਰੂ ਕੀਤਾ ਸੀ ਵੈਸੇ ਇਹਨਾਂ ਨੇ, ਫਰੂਟਸ ਨਾਂ ਦਾ ਪੋਰਟਲ ਸ਼ੁਰੂ ਕੀਤਾ ਸੀ ਕਰਨਾਟਕਾ ਨੇ। ਔਰ ਫਰੂਟਸ ਨਾਂ ਦੇ ਪੋਰਟਲ ਦੀ ਫੁੱਲ ਫਾਰਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਫਾਰਮਰ ਲਈ ਇਹ ਹੈਗਾ ਸੀਗਾ, ਆਪਣੇ ਕਿਸਾਨਾਂ ਲਈ ਹੈਗਾ ਸੀ। ਔਰ ਇਹਦਾ ਪੂਰਾ ਨਾਂ ਯਾਦ ਰੱਖ ਸਕਦੇ ਹੋ, ਫਾਰਮਰਸ ਰਜਿਸਟ੍ਰੇਸ਼ਨ ਐਂਡ ਯੂਨੀਫਾਈਡ ਬੈਨੀਫਿਸ਼ਰੀ ਇਨਫੋਰਮੇਸ਼ਨ ਸਿਸਟਮ ਪੋਰਟਲ। ਠੀਕ ਹੈ ਨਾ। ਤਾਂ ਇਸ ਨੂੰ ਸ਼ੁਰੂ ਕੀਤਾ ਸੀ ਇਹਨੇ। ਬਾਕੀ ਦੇਖੋ ਕਰਨਾਟਕਾ ਦਾ ਇੱਕ ਜ਼ਿਲ੍ਹਾ ਵੀ ਬਣਾਇਆ ਗਿਆ ਸੀ, 31ਵਾਂ ਜ਼ਿਲ੍ਹਾ ਸੀ ਵੈਸੇ, ਔਰ ਇਸ ਜ਼ਿਲ੍ਹੇ ਦਾ ਨਾਂ ਸੀ ਵਿਜੇਨਗਰ। ਬਲਾਰੀ ਨਾਂ ਦਾ ਇੱਕ ਜ਼ਿਲ੍ਹਾ ਸੀ, ਉਸ ਤੋਂ ਅਲੱਗ ਕਰਕੇ ਵਿਜੇਨਗਰ ਇੱਕ ਸਪੈਸ਼ਲ ਜਿਹੜਾ 31ਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਹਾਲ ਹੀ ਦੇ ਵਿੱਚ। ਠੀਕ ਹੈ ਨਾ। ਤਾਂ ਇਹਦੇ ਬਾਰੇ ਯਾਦ ਰੱਖ ਸਕਦੇ ਹੋ ਤੁਸੀਂ। ਬਾਕੀ ਆਪਣੇ ਭਾਰਤ ਦਾ ਪਹਿਲਾ ਇੱਕ ਚੰਦਨ ਵਾਸਤੇ ਇੱਕ ਮਿਊਜ਼ੀਅਮ ਖੋਲ੍ਹਿਆ ਗਿਆ ਸੀ ਕਰਨਾਟਕਾ ਸਟੇਟ ਵਿੱਚ। ਕਰਨਾਟਕਾ ਦੀ ਵੈਸੇ ਇੱਕ ਸ਼ਹਿਰ ਆ ਮੈਸੂਰ ਸ਼ਹਿਰ, ਉੱਥੇ ਖੋਲ੍ਹਿਆ ਗਿਆ ਸੀਗਾ। ਠੀਕ ਹੈ ਨਾ। ਤਾਂ ਇਹ ਸਾਰੇ ਫੈਕਟ ਤੁਸੀਂ ਕਰਨਾਟਕਾ ਨਾਲ ਰਿਲੇਟਡ ਯਾਦ ਰੱਖਣੇ। ਬਾਕੀ ਦੇਖੋ ਇੱਕ ਫੈਕਟ ਤੁਹਾਨੂੰ ਹੋਰ ਦੱਸਦਾ, ਕਰਨਾਟਕਾ ਦਾ ਨਾ ਇੱਕ ਹੁਬਲੀ ਰੇਲਵੇ ਸਟੇਸ਼ਨ ਹੈ। ਹੁਬਲੀ ਰੇਲਵੇ ਸਟੇਸ਼ਨ ਬਾਰੇ ਯਾਦ ਰੱਖਣਾ, ਇਹਦਾ ਨਾਮ ਚੇਂਜ ਕਰਕੇ ਸ਼੍ਰੀ ਸਿੱਧਰੂਪਾ ਸਵਾਮੀ ਦੇ ਨਾਮ 'ਤੇ ਰੱਖਿਆ ਗਿਆ ਸੀਗਾ। ਔਰ ਇਸੇ ਤਰੀਕੇ ਨਾਲ ਇੱਕ ਹਾਵੇਰੀ ਰੇਲਵੇ ਸਟੇਸ਼ਨ, ਇਹਦਾ ਨਾਮ ਵੀ ਚੇਂਜ ਕੀਤਾ ਗਿਆ ਸੀ, ਔਰ ਇਹਦਾ ਨਾਮ ਬਦਲ ਕੇ ਮਹਾਦੇਵੱਪਾ ਮਿਲੇਰਾ ਦੇ ਨਾਮ 'ਤੇ ਰੱਖਿਆ ਗਿਆ ਸੀ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ ਕਰਨਾਟਕਾ ਨਾਲ ਰਿਲੇਟਡ। ਠੀਕ ਹੈ ਨਾ। ਤਾਂ ਇਹ ਸਾਰੇ ਫੈਕਟ ਤੁਸੀਂ ਕਰਨਾਟਕਾ ਨਾਲ ਰਿਲੇਟਡ ਯਾਦ ਰੱਖਣੇ ਜੀ, ਸਾਰੇ ਆਪਣੇ ਲਈ ਇੰਪੋਰਟੈਂਟ ਨੇਗੇ। ਸੋ ਇਸ ਤੋਂ ਬਾਅਦ ਦੇਖੋ ਜੀ ਗੱਲ ਕਰਦੇ ਹਾਂ ਹੁਣ ਤੁਹਾਡੇ ਲਈ ਜਿਹੜਾ ਪ੍ਰਸ਼ਨ ਹੈਗਾ, ਤਾਂ ਇੱਥੋਂ ਤੱਕ ਦੀਆਂ ਸਾਰੀਆਂ ਕਰੰਟ ਅਫੇਅਰ ਨਿਊਜ਼ ਜਿਹੜੀਆਂ ਆਪਣੇ ਹੁਣ ਤੱਕ ਦੀਆਂ ਅਸੀਂ ਆਪਣੇ ਸਾਰੀਆਂ ਕਵਰ ਕੀਤੀਆਂ ਨੇ ਜੀ। ਅਗਰ ਕਲਾਸ ਸਮਝ ਆਈ ਆ, ਵਧੀਆ ਲੱਗੀ ਹੈ, ਤਾਂ ਇਸ ਨਾਤੇ ਕਲਾਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਠੀਕ ਹੈ ਨਾ। ਆਪਾਂ ਨੇ ਕਿਸੇ ਵੀ ਸਟੱਡੀ ਗਰੁੱਪ ਵਿੱਚ ਸ਼ੇਅਰ ਕਰ ਦੇਣਾ ਜਿਹੜਾ ਤੁਹਾਡਾ ਬਣਿਆ ਹੋਏਗਾ। ਬਾਕੀ ਤੁਹਾਡੇ ਲਈ ਜਿਹੜਾ ਪ੍ਰਸ਼ਨ ਹੈ ਜੀ, ਕਹਿੰਦੇ ਹੂ ਹੈਜ਼ ਬਿਕਮ ਦੀ ਇੰਡੀਆਸ ਯੰਗੈਸਟ ਫੀਮੇਲ ਪਾਇਲਟ, ਕੌਣ ਜੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਪਾਇਲਟ ਹੁਣ ਬਣੀ ਹੈ। ਤਾਂ ਇਹਨਾਂ ਦਾ ਨਾਮ ਤੁਹਾਨੂੰ ਜ਼ਰੂਰ ਦੱਸਣਾ। ਠੀਕ ਹੈ ਜੀ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਲਾਸ, ਜਿਹਦੇ ਵਿੱਚ ਕਿ ਆਪਣੇ ਲਗਭਗ 3 ਦਿਨਾਂ ਦੀਆਂ ਜਿਹੜੀਆਂ ਕਰੰਟ ਅਫੇਅਰ ਨਿਊਜ਼ ਰਹਿੰਦੀਆਂ ਸੀ ਸਾਰੀਆਂ ਆਪਾਂ ਨੇ ਕਵਰ ਕਰ ਲਈਆਂ ਨੇ, ਜਿਹੜੀਆਂ ਵੀ ਇੰਪੋਰਟੈਂਟ ਬਣਦੀਆਂ। ਠੀਕ ਹੈ ਜੀ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।